इस चैनल को सब्सक्राइब करें और घंटा दबाना ना भूलें। तेरी इच्छा पूरी हो जाए, हाथों में तेरे जीवन है ये। मैं मिट्टी हूँ, तू है कुम्हार, मुझको उठा, मुझको बना। मैं मिट्टी हूँ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ 782ਵੇਂ ਸਵੇਰ ਦੇ ਮਨਨ ਵਿੱਚ ਮੈਂ ਆਪ ਸਭ ਦਾ ਸਵਾਗਤ ਕਰਦਾ। ਪ੍ਰਭੂ ਆਪ ਨੂੰ ਅੱਜ ਦੇ ਵਚਨ ਦੇ ਵਿੱਚੋਂ ਸਿੱਖਿਆ ਦੇਵੇ ਔਰ ਇਸ ਦੇ ਲਈ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਰਾਜਾਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੋ। ਸਾਨੂੰ ਕਦੇ ਛੱਡਦੇ ਨਹੀਂ, ਕਦੇ ਤਿਆਗਦੇ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦੇ ਹੋ ਔਰ ਆਪਣੇ ਪਿਆਰ ਨੂੰ ਸਾਡੇ ਵਿੱਚ ਭਰਪਣ ਦੇ ਨਾਲ ਪ੍ਰਗਟ ਕਰਦੇ ਹੋ। ਇਸ ਸਭ ਦੇ ਲਈ ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਅਤੇ ਆਪ ਦੀ ਉਸਤਤ ਕਰਦੇ ਹਾਂ। ਪਰਮੇਸ਼ਰ ਪਿਤਾ, ਸਾਡਾ ਵਚਨ ਦਾ ਪਰਮੇਸ਼ਰ ਦਾ ਸੁਣਨਾ ਅਤੇ ਬੋਲਣਾ, ਆਪ ਦੇ ਰਾਜ ਨੂੰ ਉੱਚਾ ਕਰਨਾ ਹੋਵੇ। ਇਹ ਸਭ ਕੁਝ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਮੈਂ ਲੂਕਾ ਰਚੀ ਸੁਸਮਾਚਾਰ 2 ਅਧਿਆਏ ਉਸ ਦੀ 51 ਅਤੇ ਇਬਰਾਨੀਆਂ 5 ਦਾ 8 ਵਿੱਚੋਂ ਲਿਆ ਹੈ। ਇੱਥੇ ਲਿਖਿਆ ਹੈ, ਤਾਂ ਉਹ ਉਹਨਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਹਨਾਂ ਦੇ ਅਧੀਨ ਰਿਹਾ ਅਤੇ ਉਹਦੀ ਮਾਤਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ। ਇਬਰਾਨੀਆਂ ਦੀ ਪੁਸਤਕ 5 ਦਾ 8 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਉਹ ਅਤੇ ਉਹ ਭਾਵੇਂ ਪੁੱਤਰ ਸੀ, ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀਤਾ ਸਿੱਖੀ। ਅੱਜ ਦਾ ਜਿਹੜਾ ਮੇਰਾ ਵਚਨ ਦਾ ਵਿਸ਼ਾ ਹੈ ਉਹ ਹੈ ਯਿਸੂ ਮਸੀਹ ਦੇ ਜੀਵਨ ਤੋਂ ਆਗਿਆਕਾਰੀਤਾ ਨੂੰ ਸਿੱਖਣਾ। ਯਿਸੂ ਮਸੀਹ ਦੇ ਜੀਵਨ ਤੋਂ ਆਗਿਆਕਾਰੀਤਾ ਨੂੰ ਸਿੱਖਣਾ। ਜਦੋਂ ਮੈਂ ਇਸ ਵਚਨ ਨੂੰ ਪੜ੍ਹ ਰਿਹਾ ਸਾਂ, ਪਹਿਲੇ ਵਚਨ ਨੂੰ, ਤਾਂ ਇਹਦੇ ਵਿੱਚ ਮੈਨੂੰ ਇੱਕ ਖਾਸ ਗੱਲ ਲੱਗੀ। ਤਾਂ ਉਹਨਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਹਨਾਂ ਦੇ ਅਧੀਨ ਰਿਹਾ। ਇੱਥੇ ਮੈਂ ਸਿੱਖਦਾ ਹਾਂ, ਭਾਵੇਂ ਉਸ ਦੇ ਮਾਤਾ ਪਿਤਾ ਉਸ ਸਮੇਂ ਸੰਸਾਰਕ ਸੀ, ਪਰ ਉਹ ਇਸ ਸੰਸਾਰ ਦੇ ਵਿੱਚ ਰਹਿ ਕੇ ਉਹਨਾਂ ਦੇ ਪ੍ਰਤੀ ਆਗਿਆਕਾਰੀਤਾ, ਭਾਵ ਉਹਨਾਂ ਦੇ ਅਧੀਨ ਰਿਹਾ। ਔਰ ਆਗਿਆਕਾਰੀਤਾ ਜਿਹੜੀ ਹੈ, ਅਗਰ ਅਸੀਂ ਇਸ ਨੂੰ ਵੇਖੀਏ ਤਾਂ ਇਹ ਸਾਡੇ ਵਿੱਚ ਨਮਰਤਾ ਨੂੰ ਪ੍ਰਗਟ ਕਰਦੀ ਹੈ, ਦੀਨਤਾ ਨੂੰ ਪ੍ਰਗਟ ਕਰਦੀ ਹੈ ਅਤੇ ਸਾਡੇ ਵਿੱਚ ਉਸ ਆਤਮਿਕ ਪ੍ਰੇਮ ਨੂੰ ਪ੍ਰਗਟ ਕਰਦੀ ਹੈ ਜੋ ਪਰਮੇਸ਼ਵਰ ਤੋਂ ਹੈ। ਇਹ ਚੀਜ਼ ਅਸੀਂ ਬਹੁਤ ਘੱਟ ਦੇਖਦੇ ਹਾਂ। ਅਸੀਂ ਆਗਿਆਕਾਰੀਤਾ ਤਾਂ ਕਹਿੰਦੇ ਹਾਂ, ਪਰ ਉਸ ਆਗਿਆਕਾਰੀਤਾ ਦੇ ਮੀਨਿੰਗ ਨੂੰ, ਜੋ ਸ਼ਬਦ ਹੈ, ਉਸ ਨੂੰ ਅਸੀਂ ਨਹੀਂ ਸਮਝਦੇ। ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਆਗਿਆਕਾਰੀਤਾ ਹੋ। ਅਸੀਂ ਚਾਹੁੰਦੇ ਹਾਂ ਸਾਡਾ ਜਿਹੜਾ ਸਮਾਜ ਆ ਉਹ ਆਗਿਆਕਾਰੀਤਾ ਦੇ ਵਿੱਚ ਹੋਵੇ। ਅਸੀਂ ਚਾਹੁੰਦੇ ਹਾਂ ਸਾਡੀ ਜ਼ਿੰਦਗੀ ਆਗਿਆਕਾਰੀਤਾ ਦੇ ਵਿੱਚ ਹੋਵੇ। ਪਰ ਆਗਿਆਕਾਰੀਤਾ ਦੇ ਸ਼ਬਦਾਂ ਦੇ ਵਿੱਚ, ਉਸ ਦੀ ਸ਼ਬਦਾਵਲੀ ਦੇ ਵਿੱਚ ਪਰਮੇਸ਼ਰ ਦਾ ਸਾਡੇ ਵਿੱਚ ਨਿਯਮ ਪ੍ਰਗਟ ਨਹੀਂ ਹੋ ਰਿਹਾ। ਪਹਿਲੀ ਗੱਲ ਨਮਰਤਾ ਆਉਂਦੀ ਹੈ, ਦੂਸਰੀ ਗੱਲ ਦੀਨਤਾ ਆਉਂਦੀ ਹੈ, ਤੀਸਰੀ ਗੱਲ ਪਰਮੇਸ਼ਰ ਦਾ ਪ੍ਰੇਮ ਆਉਂਦਾ ਹੈ। ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹਦੀ ਤੁਸੀਂ ਗੱਲ ਮੰਨਦੇ ਹੋ।
ਇੱਥੇ ਪਰਮੇਸ਼ਰ ਪੁੱਤਰ ਪਰਮੇਸ਼ਰ ਤੋਂ ਪ੍ਰਗਟ ਹੋਇਆ ਤੇ ਉਸਨੇ ਉਸ ਦੀ ਗੱਲ ਨੂੰ ਆਪਣੇ ਜੀਵਨ ਦੇ ਰਾਹੀਂ ਇਸ ਸੰਸਾਰ ਦੇ ਵਿੱਚ ਉਸ ਨੂੰ ਪ੍ਰਗਟ ਕੀਤਾ ਨਮਰਤਾ ਦੇ ਨਾਲ। ਉਸ ਦੇ ਬਚਪਨ ਦੇ ਵਿੱਚ ਵੀ ਅਸੀਂ ਕੋਈ ਅਜਿਹੀ ਗੱਲ ਨਹੀਂ ਵੇਖੀ ਜਿਸ ਦੇ ਵਿੱਚ ਅਸੀਂ ਕਹੀਏ ਕਿ ਉਹ ਅਨਆਗਿਆਕਾਰੀਤਾ ਸੀ। ਬਚਪਨ ਰੂਪ ਦੇ ਵਿੱਚ ਵੀ ਉਹ ਮਨੁੱਖੀ ਰੂਪ ਦੇ ਵਿੱਚ ਲਿਖਿਆ ਹੈ ਆਗਿਆਕਾਰੀ ਰਿਹਾ ਮਾਪਿਆਂ ਦਾ, ਆਗਿਆਕਾਰੀ ਰਿਹਾ ਸਮਾਜ ਦਾ, ਆਗਿਆਕਾਰੀ ਰਿਹਾ ਧਾਰਮਿਕਤਾ ਦਾ। ਕਿ ਸਾਡੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇਹ ਗੱਲ ਨਜ਼ਰ ਆਉਂਦੀ ਹੈ? ਅਸੀਂ ਯਿਸੂ ਮਸੀਹ ਤੋਂ ਸਿੱਖਣਾ ਹੈ ਆਗਿਆਕਾਰੀਤਾ ਨੂੰ। ਪਰ ਜਦੋਂ ਮੈਂ ਦੇਖ ਰਿਹਾ ਸੀ ਇਹਦੇ ਵਿੱਚ ਮੈਂ ਪਰਮੇਸ਼ਰ ਦੇ ਆਗਿਆਕਾਰੀ ਸਿੱਖਣ ਦੇ ਫਲ ਨੂੰ, ਜੋ ਪਰਮੇਸ਼ਰ ਦੀ ਮਹਿਮਾ ਦੇ ਰੂਪ ਵਿੱਚ ਸਾਡੇ ਜੀਵਨ ਦੇ ਵਿੱਚ ਤਾਜ ਦੇ ਸਰੂਪ ਦਿੱਤਾ ਜਾਂਦਾ ਹੈ, ਵੰਡਰਫੁਲ, ਅਦਭੁਤ ਹੈ। ਔਰ ਇਸ ਗੱਲ ਦੇ ਵਿੱਚ ਮੈਂ ਇਹ ਦੇਖਦਾ ਹਾਂ ਕਿ ਉਹ ਆਪਣੇ ਮਾਪਿਆਂ ਦੇ ਅਧੀਨ ਆਗਿਆਕਾਰੀਤਾ ਦੇ ਵਿੱਚ ਰਿਹਾ। ਮੈਂ ਸਮਝਦਾ ਹਾਂ ਉਸ ਦੇ ਪਿਤਾ ਕਾਰਪੈਂਟਰ ਸਨ ਸੰਸਾਰ ਦੇ ਵਿੱਚ। ਉਸਨੇ ਉਸ ਸਮੇਂ ਉਹਨਾਂ ਦੇ ਨਾਲ ਰਹਿ ਕੇ ਕੰਮ ਕਰਦਿਆਂ ਹੋਇਆ ਆਗਿਆਕਾਰੀਤਾ ਨੂੰ ਪ੍ਰਗਟ ਕੀਤਾ। ਮੈਂ ਕਿਤੇ ਨਹੀਂ ਪੜ੍ਹਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਡਾਂਟਿਆ, ਉਸ ਦੇ ਪਿਤਾ ਨੇ ਕਦੇ ਉਸ ਦੇ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ। ਉਹ ਉਹਨਾਂ ਦੇ ਅਧੀਨਤਾਈ ਦੇ ਨਾਲ ਨਮਰਤਾ ਤੇ ਦੀਨਤਾ ਦੇ ਵਿੱਚ ਅਤੇ ਪ੍ਰੇਮ ਦੇ ਵਿੱਚ ਆਗਿਆਕਾਰੀਤਾ ਦੇ ਉਸ ਸਨਮਾਨ ਨੂੰ ਪ੍ਰਗਟ ਕਰਦਾ ਹੋਇਆ ਨਜ਼ਰ ਆਇਆ। ਉਸ ਦੀ ਮਾਤਾ ਲਿਖਿਆ, ਉਸ ਦੀ ਮਾਤਾ ਨੇ ਗੱਲ ਆਪਣੇ ਹਿਰਦੇ ਵਿੱਚ, ਇਹਦਾ ਮਤਲਬ ਉਹਦੀ ਮਾਤਾ ਨੇ ਦੇਖ ਲਿਆ ਸੀ ਕਿ ਮੇਰਾ ਪੁੱਤਰ ਸੱਚਮੁੱਚ ਆਗਿਆਕਾਰੀ ਪੁੱਤਰ ਹੈ। ਜ਼ਿਆਦਾਤਰ ਮਾਪੇ ਜਦੋਂ ਸਾਡੇ ਕੋਲ ਆਉਂਦੇ ਆ ਇਹੀ ਗੱਲ ਲੈ ਕੇ ਆਉਂਦੇ, ਜੀ ਸਾਡਾ ਮੁੰਡਾ ਕਹਿਣਾ ਨਹੀਂ ਮੰਨਦਾ, ਸਾਡੇ ਨਿਆਣੇ ਕਹਿਣੇ ਨਹੀਂ ਮੰਨਦੇ। ਪਰ ਇੱਥੇ ਕਿੰਨੀ ਸੁੰਦਰ ਗੱਲ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਬਚਪਨ ਦੇ ਜੀਵਨ ਤੋਂ 12 ਸਾਲ ਤੱਕ ਦਾ ਜੋ ਕੈਰੀਅਰ ਅਸੀਂ ਉਸ ਦੇ ਜੀਵਨ ਦੇ ਵਿੱਚ ਦੇਖਦੇ ਹਾਂ, ਜਿੱਥੇ ਉਹ ਆਪਣੇ ਮਾਪਿਆਂ ਦੇ ਅਧੀਨ ਰਹਿ ਕੇ ਆਗਿਆਕਾਰੀਤਾ ਦੇ ਵਿੱਚ ਉਸਨੇ ਆਪਣੇ ਪਰਿਵਾਰ ਦੇ ਵਿੱਚ ਜੀਵਨ ਬਤੀਤ ਕੀਤਾ। ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪਰਮੇਸ਼ਰ ਸੀ ਤੇ ਉਹਨੇ ਆਪਣਾ ਇਸਦਾ ਕੀਤਾ, ਨਹੀਂ। ਬੜੇ ਖੰਬਲਤਾ ਦੇ ਨਾਲ, ਨਮਰਤਾ ਦੇ ਨਾਲ, ਪਰਮੇਸ਼ਰ ਦੇ ਅਧੀਨਤਾ ਦੇ ਵਿੱਚ, ਇਸ ਸੰਸਾਰ ਦੇ ਵਿੱਚ ਸੰਸਾਰਿਕ ਮਾਤਾ ਪਿਤਾ ਦੇ ਅਧੀਨ ਰਹਿ ਕੇ ਉਸਨੇ ਆਪਣੇ ਜੀਵਨ ਨੂੰ ਇੱਕ ਨਮੂਨੇ ਵਜੋਂ ਪ੍ਰਗਟ ਕੀਤਾ। ਵੰਡਰਫੁਲ, ਅਦਭੁਤ ਹੈ। ਸੰਸਾਰ ਦੇ ਵਿੱਚ ਉਹਦੇ ਦੋਸਤ ਮਿੱਤਰ ਵੀ ਹੋਣਗੇ, ਸਭ ਕੁਝ ਹੋਣਾ, ਪਰ ਉਹ ਆਪਣੇ ਮਾਤਾ ਪਿਤਾ ਦੇ ਅਧੀਨ ਰਿਹਾ। ਉਹ ਆਪਣੀ ਉਸ ਹੋਮ ਕਲੀਸਿਆ, ਜਿੱਥੇ ਉਹ ਚਰਚ ਦੇ ਵਿੱਚ ਉਹਦੇ ਮਾਤਾ ਪਿਤਾ ਜਾਂਦੇ ਸੀ, ਸਿਨਾਗੋਗ ਦੇ ਵਿੱਚ, ਜਿੱਥੇ ਉਹਨਾਂ ਦੇ ਨਾਲ ਉਹ ਗੱਲਾਂ ਕਰਦਾ ਪਾਇਆ ਗਿਆ, 12 ਸਾਲ ਦੀ ਉਮਰੇ, ਉੱਥੇ ਉਹ ਉਹਨਾਂ ਦੇ ਅਧੀਨ ਰਿਹਾ, ਉੱਥੇ ਉਹਨਾਂ ਦੀ ਆਗਿਆਕਾਰੀਤਾ ਦੇ ਵਿੱਚ ਰਿਹਾ। ਉਹਨੇ ਉੱਥੇ ਸਵਾਲ ਕੀਤੇ, ਸਿੱਖਣ ਦੇ ਲਈ ਕੀਤੇ। ਆਗਿਆਕਾਰੀਤਾ ਉਸਨੇ ਆਪਣੇ ਜੀਵਨ ਦੇ ਵਿੱਚੋਂ ਸਿੱਖੀ। ਇਹ ਅਸੀਂ ਇਬਰਾਨੀਆਂ ਦੇ ਦੂਸਰੇ ਪਾਠ ਵਿੱਚ ਵੇਖਾਂਗੇ। ਕਿੰਨੀ ਵੱਡੀ ਗੱਲ ਹੈ ਕਿ ਮੇਰਾ ਪ੍ਰਭੂ, ਜਿਸ ਦੇ ਮੈਂ ਪਿੱਛੇ ਚੱਲ ਰਿਹਾ ਹਾਂ, ਜਿਸ ਦਾ ਮੈਂ ਅਨੁਸਰਣ ਕਰ ਰਿਹਾ ਹਾਂ, ਜਿਸ ਦੀ ਮੈਂ ਭਗਤੀ ਕਰ ਰਿਹਾ ਹਾਂ, ਜਿਸ ਦੇ ਨਾਮ ਦੀ ਮੈਂ ਗਵਾਹੀ ਦਿੰਦਾ ਹਾਂ, ਕਿੰਨਾ ਆਪਣੇ ਜੀਵਨ ਦੇ ਵਿੱਚੋਂ ਆਗਿਆਕਾਰੀਤਾ ਦਾ ਪਾਠ ਮੈਨੂੰ ਸਿਖਾਉਂਦਾ ਹੈ। ਮੈਨੂੰ ਉਸ ਦੇ ਜੀਵਨ ਤੋਂ ਵਿੱਚੋਂ ਸਿੱਖਣ ਦੀ ਲੋੜ ਹੈ ਕਿ ਮੈਨੂੰ ਆਪਣੇ ਜੀਵਨ ਦੇ ਵਿੱਚ, ਇਸ ਸੰਸਾਰ ਦੇ ਵਿੱਚ, ਆਪਣੇ ਸੰਸਾਰਿਕ ਲੋਕਾਂ ਦੇ ਵਿੱਚ ਕਿਵੇਂ ਆਗਿਆਕਾਰੀ ਬਣੇ ਰਹਿਣਾ ਹੈ, ਜਿਸ ਤੋਂ ਪਰਮੇਸ਼ਰ ਦਾ ਪ੍ਰਤੀਫਲ ਮੇਰੇ ਜੀਵਨ ਦੇ ਵਿੱਚ ਨਜ਼ਰ ਆਵੇ।
कई लोग कहते जी असीं परमेश्वर का हुक्म मनते, असीं बंदियां दा नहीं मनते। प्रभु यीशु मसीह माता पिता की गल मनदा सी, पर जिथे परमेश्वर दे राज की गल आंदी सी उत्थे उन्हां नूं कहंदा सी कि मैं परमेश्वर दे राज का काम ना करा। उत्थे भी गल करता सी। इस करके लिखा है कि उसकी मां ने गल अपने हिरदे विच रखी। ये आग्याकारिता का चिन्ह सी। परमेश्वर के प्रति भी आग्याकारी, मापियां के प्रति भी आग्याकारी, समाज के प्रति भी आग्याकारी। साडे जीवन दे विच ये चीज़ां। और प्रभु यीशु मसीह बहुत डिसिप्लिन मैन सी, बहुत डिसिप्लिन चाइल्डहुड बच्चा सी। कितनी वड्डी गल सानू उसके जीवन दे विचों सीखण नूं मिलदी है। दूसरी गल जिहड़ी असीं इब्रानियां 5:8 दे विच वेखदे हां, वो की है? वो भावें पुत्तर सी पर ओने दुख विच रह के आग्याकारिता सीखी। कितनी वड्डी गल है। मैं आप दे लई कुछ हवाले इस जगह दे उत्ते पढ़ांगा और उस हवालियां दे विच सब तो पहला जिहड़ा है मैं इब्रानियां दी पुस्तक उसका 12 अध्याय उसकी 2 आयत आप दे लई पढ़दा हां। इत्थे लिखिया है यीशु वल तकदे रहिए जिहड़ा नेचा दा करता है, पहली गल। दूसरी गल अते संपूर्ण करन वाला है। तीसरी गल जिहने उस आनंद दे नीमत जो ओदे अगे धरिया होया सी सलीब दा, लाज नूं तुच्छ जान के सलीब दा दुख चलिया, परमेश्वर दे सिंहासन दे सज्जे हथ विराजमान हो गया। परमेश्वर दा आग्याकारिता उसने दुख दे विच रह के सीखी। जदों मैं इस गल नूं होर भी अपना ध्यान नाल देखदा हां तां मैं देखदा हां कि किसे अनआग्याकारी नूं जितण जां ठीक करन लई मसीह नूं दुख झल्लण दी लोड़ नहीं सी, पर रब दे पुत्तर वजों उसने आग्याकारिता नूं पूरी तरह नाल समझ लिया सी। रब दे पुत्तर वजों उसने आग्याकारिता नूं पूरी तरह नाल समझ लिया सी। प्रभु यीशु मसीह दे प्रगट होण दे रूप विच उसने अपने आप नूं सिखण लई निमर बनाया सी, मन के नम्र बनया। और उस गल नूं असीं देखदे हां लूका दी अंजील उस दा 2:52 दे विच, जो असीं पहलां पढ़ चुके हां। 2:52 दे विच 51 असीं पढ़िया सी, पर उस ते असीं 2:52 दे विच इस गल नूं साफ रीति नाल परमेश्वर दे वचन दे विच उस दी आग्याकारिता दे उस चिन्ह नूं देखदे हां जो उसने अपने आप नूं निमर बनाया। की लिखिया है? अते यसु ज्ञान अते कद अते परमेश्वर अते मनुखा दी किरपा विच वधदा गया। उस नाल मैं दूसरी गल देखदा हां कि ओ अपने जीवन दे विच उसने उन्हां कारणा करके आग्याकारिता सीखी जिस कारण उसनूं परतावे विच लिया गया। भुख लगी क्या रोटी, पर आग्याकारिता दे विच रहा परमेश्वर दी। अपने आप नूं परमेश्वर दे रूप विच प्रगट नहीं किया, मनुखी रूप दे विच रहा। परतावा जो भी उसके जीवन दे विच आया उसने मनुखी रूप दे विच उसनूं चलिया, भाव उसदे विच आग्याकारिता दे विच। इत्थे सानूं माड़ा जिहा कष्ट आ जावे तां असीं बहुत सारियां गल्लां तोड़ दिंदे आ, दूजिਆਂ नाल समझौता कर लैंदे आ, पाप दे नाल समझौता करके असीं परमेश्वर नूं अपने जीवन विच निंदित कर दिंदे। जदों दुख आंदा है उदों असीं आग्याकारिता दीयां सारियां हद्दां तोड़ दिंदे आ। असीं पाप नूं जाणदे होए भी असीं उस दे नाल कंप्रोमाइज, हाँ जानदे गलती हुई है
वो आग्याकारिता का चिन्ह नहीं। आग्याकारिता का मतलब सीधा सामना करना। आग्याकारिता का मतलब सीधा सामने जाके गल करनी। प्रभु यीशु मसीह कदे भी आग्याकारिता के प्रति किते भी मैं झुके हुए नहीं देखिया, किते भी किसी ना कंप्रोमाइज करते नहीं देखिया। वो परमेश्वर के प्रति आग्याकारी बनया रहा, अंत तक आग्याकारी बनया रहा, सलीब की मौत ताई। और इसलिए मैं जदों इस वचन नूं देखदा हाँ, परमेश्वर के वचन दे विच ये नोट बड़ा जबरदस्त है, आग्याकारिता का। और इस दे विच परमेश्वर की महानता नूं वेख्या जाता है। वो महानता की है? परमेश्वर, इस गल नूं असीं पढ़दे हां इब्रानियां दी पुस्तक उसका 2 अध्याय, उसदी 1 अध्याय उसकी 1 ते 2 आयतां दे विच इत्थे इस तरह लिखिया होया है परमेश्वर दे वचन दे विच, लिखिया है परमेश्वर ने जिन पिछले समयां विच नबियां दे राही साडे वड्डियां नाल गल कीती, कई हिस्सियां विच अते कई तरह नाल गल कीती, इन्हां अंत दे दिनां विच साडे नाल पुत्तर दे राही गल कीती, जिहनूं उन्हें सबना वस्तां दा वारिस बनाया अते उसे दे वसीले उसने जहान भी रचे। और 2:10 विच कहंदा है जेदे लई सब कुछ है, जेदे राही सब कुछ होया, उसे नूं योग सी कि बहुतियां पुत्रां नूं तेज विच लिआउंदे उन्हां दे मुक्ति देण वाले आगू नूं दुखां दे द्वारा संपूर्ण करे। दुखां दे विच ओह आग्याकारी रहा, ओहदे अपणियां ने उस नूं सताया, ओहदे अपणियां ने ओहनूं मेड़े मारे, ओहदे अपणियां ने ओहनूं उसदे समाज दे विच तिरस्कारिया, पर उसने ये सब कुछ आग्याकारिता दे विच नम्रता दे नाल, दीनता दे नाल, प्यार दे नाल सब कुछ चल लिया। ये सब तो वड्डी अते सुंदर गल है जो असी परमेश्वर दे वचन विच देखते हाँ। और इस गल नूं अगे मैं देखदा हाँ कि मसीह दी आग्याकारी भी जरूरी सी ताकि वो सारी धार्मिकता नूं भर सके। वो सारी धार्मिकता इस गल दे लई मैं मती दी अंजील 3 अध्याय उसकी 15 आयत नूं आप दे लई पढ़दा हाँ। 3 अध्याय उसकी 15 आयत इत्थे लिखिया है कि पर प्रभु यीशु ने उस नूं उत्तर दिता, हुण होण दे, क्यों जो सानू योग है जो सारे धर्म नूं इसे तरह पूरा करिए, तां ओने होण दिता। सारी धार्मिकता नूं पूरा होण दईए अते उसने पूरा होण दिता। इहदा मतलब है ओने जे उत्थे बैप्टिज्म लैके इस आग्याकारिता का प्रमाण दिता परमेश्वर दे अधीन होके कि मैं प्रभु की आग्या नूं पूरा कर रहा हाँ। जदों असी बैप्टिज्म लैंदे हां तां असी परमेश्वर पुत्र की आग्या नूं पूरा करते। उन्हें आग्या नूं पूरा किया। किस आग्या नूं? कालवरी क्रूस की धार्मिकता नूं जिस तो असी बांझे हो चुके सी, जिस तो असी दूर हो चुके सी। और इस धार्मिकता नूं अगर असी देखिए तो रोमिया की पुस्तक उसका 3 अध्याय 24 तो 26 विच असी ये पढ़ सकते हाँ। रोमिया की पुस्तक उसका 3 अध्याय उसकी 24 तो 26 इत्थे लिखिया है, सो उसकी कृपा नाल उस निस्तारे दे कारण जो मसीह यीशु तो हुंदा है वो मुफ्त धर्मी गिने गए।
ਜਿਹਨੂੰ ਪਰਮੇਸ਼ਰ ਨੇ ਉਹਦੇ ਲਹੂ ਉੱਤੇ ਨੇਚਾ ਕਰਨ ਦੇ ਨਾਲ ਪਰਾਸ਼ਿਤ ਠਹਿਰਾਇਆ, ਤਾਂ ਜੋ ਪਰਮੇਸ਼ਰ ਆਪਣੇ ਧਾਰਮਿਕਤਾ ਨੂੰ ਪ੍ਰਗਟ ਕਰੇ। ਇਸ ਲਈ ਜੋ ਉਸਨੇ ਆਪਣੀ ਖਿਮਾ ਨਾਲ ਪਿਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ, ਹਾਂ ਇਸ ਵਰਤਮਾਨ ਸਮੇਂ ਵਿੱਚ ਵੀ ਆਪਣੇ ਧਾਰਮਿਕਤਾ ਨੂੰ ਪ੍ਰਗਟ ਕਰੇ, ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹਨਾਂ ਨੂੰ ਧਰਮੀ ਠਹਿਰਾਵੇ ਜਿਹੜੇ ਯਿਸੂ ਉੱਤੇ ਨੀਚਾ ਕਰਦੇ ਹਨ। ਦੇਖੋ, ਪਰਮੇਸ਼ਵਰ ਪੁੱਤਰ ਨੇ ਆਗਿਆਕਾਰੀਤਾ ਸਿੱਖੀ ਦੁੱਖ ਵਿੱਚ ਰਹਿ ਕੇ, ਔਰ ਉਸ ਦੁੱਖ ਵਿੱਚ ਰਹਿ ਕੇ ਉਸਨੇ ਮੈਨੂੰ ਅਤੇ ਸਰਬੱਤ ਮਨੁੱਖ ਜਾਤੀ ਨੂੰ ਧਾਰਮਿਕਤਾ ਦੇ ਲਈ ਕਲਵਰੀ ਕਰੂਸ ਦੇ ਬਲੀਦਾਨ ਤੋਂ ਸਾਨੂੰ ਜਿੱਤ ਲਿਆ। ਉਹ ਸਲੀਬ ਦੇ ਉੱਤੇ ਮਾਰਿਆ ਗਿਆ, ਇਸ ਲਈ ਮਾਰਿਆ ਗਿਆ ਕਿ ਮੈਨੂੰ ਧਰਮੀ ਬਣਾਵੇ। ਉਹ ਦਫਨ ਇਸ ਲਈ ਕੀਤਾ ਗਿਆ ਕਿ ਮੇਰੇ ਪਾਪਾਂ ਦੇ ਲਈ ਮਰ ਗਿਆ। ਉਹ ਮੁਰਦਿਆਂ ਵਿੱਚੋਂ ਇਸ ਲਈ ਜੀ ਉੱਠਿਆ ਕਿ ਮੈਂ ਉਸ ਵਿੱਚ ਧਾਰਮਿਕਤਾ ਦਾ ਜੀਵਨ ਬਤੀਤ ਕਰਦਾ ਹੋਇਆ ਉਸ ਧਰਮੀ ਪਰਮੇਸ਼ਰ ਨੂੰ ਜਾ ਮਿਲਾਂ ਜਿਸ ਤੋਂ ਮੈਂ ਦੂਰ ਕੀਤਾ ਗਿਆ ਸਾਂ। ਕਿੰਨੀ ਅਦਭੁਤ ਗੱਲ ਹੈ। ਪਰਮੇਸ਼ਰ ਦੇ ਦੁੱਖਾਂ ਦੇ ਵਿੱਚ, ਉਸ ਦੇ ਪੁੱਤਰ ਦੇ ਦੁੱਖਾਂ ਦੀ ਆਗਿਆਕਾਰੀਤਾ ਦੇ ਵਿੱਚ ਮੇਰਾ ਛੁਟਕਾਰਾ ਸੀ, ਮੇਰਾ ਨਵਾਂ ਜਨਮ ਸੀ, ਮੈਨੂੰ ਸਦਾ ਦਾ ਜੀਵਨ ਮਿਲਣਾ ਸੀ, ਮੈਨੂੰ ਸੱਚੀ ਸ਼ਾਂਤੀ ਮਿਲਣੀ ਸੀ, ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਪਵਿੱਤਰਤਾ ਨੂੰ ਭਰਨਾ ਸੀ। ਕਿੰਨੀ ਅਦਭੁਤ ਗੱਲ ਹੈ ਕਿ ਅਸੀਂ ਆਗਿਆਕਾਰੀਤਾ ਦੇ ਵਿੱਚ, ਮਸੀਹ ਯਿਸੂ ਦੇ ਵਿੱਚ ਉਸ ਦੀ ਨਮਰਤਾ ਅਤੇ ਉਸ ਦੀ ਦੀਨਤਾ ਅਤੇ ਉਸ ਦੇ ਪਿਆਰ ਨੂੰ ਸਿੱਖਦੇ ਹਾਂ, ਜੋ ਕੰਪਰੋਮਾਈਜ਼ ਦਾ ਨਹੀਂ, ਪਵਿੱਤਰਤਾ ਦਾ ਹੈ, ਸੱਚਾਈ ਦਾ ਹੈ, ਪ੍ਰੇਮ ਦਾ ਹੈ। ਕੀ ਅਸੀਂ ਇਸ ਨੂੰ ਸਿੱਖ ਰਹੇ? ਜੇ ਸਿੱਖ ਰਹੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ। ਜੇ ਨਹੀਂ ਸਿੱਖ ਰਹੇ ਹਾਂ ਤਾਂ ਅਸੀਂ ਇਸ ਸੰਸਾਰ ਦੀ ਸੰਤਾਨ ਹਾਂ, ਜਿਹੜੀ ਅਨਆਗਿਆਕਾਰੀਤਾ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ। ਫੈਸਲਾ ਆਪ ਦਾ ਹੈ ਕਿ ਆਪ ਪ੍ਰਭੂ ਤੋਂ ਆਗਿਆਕਾਰੀਤਾ ਦੇ ਸਬਕ ਨੂੰ ਉਸਦੇ ਵਚਨ ਤੋਂ ਸਿੱਖਣਾ ਚਾਹੁੰਦੇ ਹੋ। ਜੇ ਚਾਹੁੰਦੇ ਹੋ ਤਾਂ ਜਿਹੜੇ ਤਾਂ ਸਵੀਕਾਰ ਕਰ ਚੁੱਕੇ ਆ ਇਸ ਵਚਨ ਦੀ ਆਗਿਆਕਾਰੀਤਾ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਹੋਏ ਵਧਦੇ ਜਾਓ। ਜਿਨ੍ਹਾਂ ਨੇ ਨਹੀਂ, ਉਹ ਉਸ ਨੂੰ ਸਵੀਕਾਰ ਕਰਨ, ਪ੍ਰਭੂ ਤੂੰ ਮੇਰੇ ਪਾਪੀ ਲਈ ਮਾਰਿਆ ਗਿਆ, ਦਫਨ ਕੀਤਾ ਗਿਆ, ਤੀਸਰੇ ਦਿਹਾੜੇ ਜੀ ਉੱਠਿਆ, ਹੁਣ ਤੂੰ ਮੇਰਾ ਪ੍ਰਭੂ ਹੈ। ਇੱਥੇ ਆਗਿਆਕਾਰੀਤਾ ਦਾ ਪਹਿਲਾ ਸਬਕ ਸ਼ੁਰੂ ਹੋ ਜਾਂਦਾ ਹੈ ਸਾਡੇ ਜੀਵਨ ਦੇ ਵਿੱਚ। ਔਰ ਇਸ ਕਿਤਾਬ ਦੇ ਵਿੱਚੋਂ, ਇਸ ਬਾਈਬਲ ਬਾਣੀ ਦੇ ਵਿੱਚੋਂ ਸਿੱਖਦਿਆਂ ਹੋਇਆਂ ਅਸੀਂ ਉਸ ਦੀ ਆਮਦ ਤੱਕ ਆਗਿਆਕਾਰੀਤਾ ਨੂੰ ਆਪਣੇ ਜੀਵਨ ਵਿੱਚ ਦੁੱਖਾਂ ਦੇ ਨਾਲ ਸਿੱਖਦੇ ਰਹਿੰਦੇ ਹਾਂ। ਇਹ ਤੋਂ ਪਛਾਣ ਹੁੰਦੀ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਪਰਮੇਸ਼ਰ ਦੀ ਸੰਤਾਨ ਹਾਂ। ਪ੍ਰਭੂ ਸਾਨੂੰ ਉਸ ਦੀ ਸੰਤਾਨ ਬਣੇ ਰਹਿਣ ਦੇ ਲਈ, ਸਾਡੀ ਆਗਿਆਕਾਰੀਤਾ ਦੀ ਪਹਿਚਾਣ 'ਚ ਸਾਨੂੰ ਅੱਗੇ ਵਧਣ ਦੇ ਲਈ ਮਦਦ ਕਰੇ, ਤਾਂ ਕਿ ਉਸ ਦਾ ਨਾਮ ਸਾਡੇ ਜੀਵਨ ਵਿੱਚ ਉੱਚਾ ਹੋਵੇ। ਪ੍ਰਭੂ ਇਸ ਵਚਨ ਦੇ ਨਾਲ ਆਪ ਨੂੰ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਰਾਨਾਥਾ।